ਤਾਂ ਅੱਜ ਸਭ ਤੋਂ ਪਹਿਲਾਂ ਜੋ ਅਸੀਂ ਪਹਿਲਾਂ ਕੁਝ ਲੈਕਚਰਾਂ ਵਿੱਚ ਪੜ੍ਹ ਚੁੱਕੇ ਹਾਂ ਉਸ ਦਾ ਸੰਖੇਪ ਦੁਬਾਰਾ ਪੜਾਂਗੇ ਅਤੇ ਫਿਰ ਮੇਰਾ ਅੱਜ ਦਾ ਵਿਸ਼ਾ ਵੀ ਨਿਰੀਖਣਯੋਗਾਂ ਦੀ ਲੋੜ ਹੋਵੇਗੀ। ਤੁਸੀਂ ਉਹਨਾਂ ਨੂੰ ਇੱਕ ਅਨੁਕੂਲ ਨਿਰੀਖਣਯੋਗ ਅਸੰਗਤ ਵਿੱਚ ਵੱਖ ਕਰ ਸਕਦੇ ਹੋ। ਤਾਂ ਇਹ ਅੱਜ ਦੇ ਲੈਕਚਰ ਦਾ ਵਿਸ਼ਾ ਹੈ। ਇਸ ਤੋਂ ਪਹਿਲਾਂ ਕਿ ਮੈਂ ਸ਼ੁਰੂ ਕਰਾਂ, ਆਓ ਕੁਝ ਚੀਜ਼ਾਂ ਦੁਬਾਰਾ ਪੜ੍ਹੀਏ ਜੋ ਅਸੀਂ ਜਾਣਦੇ ਹਾਂ। ਹਿਲਬਰਟ ਸਪੈਸ਼ ਤੇ ਕੰਮ ਕਰਨ ਵਾਲੇ ਆਪਰੇਟਰ ਜੋ ਕਿ ਨਿਰੀਖਣਯੋਗ ਨਾਲ ਮੇਲ ਖਾਂਦੇ ਹਨ, ਵਿਸ਼ੇਸ਼ਤਾਵਾਂ ਕੀ ਹਨ? ਤਾਂ ਇਸ ਲਈ ਅਸੀਂ ਕਿਹਾ ਹੈ ਕਿ ਲੀਨੀਅਰ ਆਪਰੇਟਰ ਉਹ ਹੈ ਇੱਕ ਲੀਨੀਅਰ ਆਪਰੇਟਰ ਹੈ ਅਤੇ ਤੁਸੀਂ ਇੱਕ ਫਾਈਨਾਈਟ ਡਾਈਮੈਂਸ਼ਨਲ ਸਪੇਸ ਵਿੱਚ ਕੁਝ ਕਿਸਮ ਦੀ ਰਿਪਰੈਜ਼ੈਂਟੇਸ਼ਨ ਦੇ ਸਕਦੇ ਹੋ ਜਿਸ ਵਿੱਚ ONM, ਫਾਈ N, ਫਾਈ M ਸ਼ਾਮਿਲ ਹੋਵੇਗਾ। ਇਸ ਲਈ ਇਹ ਆਧਾਰ ਦਾ ਪੂਰਾ ਸੈੱਟ ਹਨ। ਆਧਾਰ ਦੇ ਪੂਰੇ ਸੈੱਟ ਤੋਂ ਸਾਡਾ ਮਤਲਬ ਕੀ ਹੈ? AN ਸਮੇਸ਼ਨ N AN, M ਸਮੇਸ਼ਨ ਓਵਰ N ਫਾਈ N ਇੱਕ ਆਇਡੈਂਟਿਟੀ ਆਪਰੇਟਰ ਹੈ ਅਤੇ ਸਹੂਲਤ ਹੋਵੇਗੀ ਕਿ ਅਸੀਂ ਇਹਨਾਂ ਨੂੰ ਆਰਥੋਨਰਮਲ ਹੋਣ ਲਈ ਵੀ ਡੈਲਟਾ NM ਹੋਣ ਲਈ ਵਰਤਾਂਗੇ। ਜੇਕਰ ਤੁਹਾਡੇ ਕੋਲ ਦੋ ਆਪਰੇਟਰ O1 ਅਤੇ O2 ਹਨ ਤਾਂ ਜਨਰਲ ਤੌਰ ਤੇ O2 O1 ਦੇ ਬਰਾਬਰ ਨਹੀਂ ਹੈ। ਇਹ ਜਨਰਲ ਤੌਰ ਤੇ O2 O1 ਦੇ ਬਰਾਬਰ ਨਹੀਂ ਹੁੰਦਾ ਅਤੇ ਜਦੋਂ ਵੀ ਤੁਹਾਡੇ ਕੋਲ ਤੁਹਾਡੀ ਥਿਊਰੀ ਵਿੱਚ ਹਰੇਕ ਆਬਜ਼ਰਵੇਬਲ ਦੇ ਉਤਪਾਦ ਹੋਣਗੇ ਤਾਂ ਇਹ ਹਰਮੀਸ਼ੀਅਨ ਆਪਰੇਟਰ ਵੱਲੋਂ ਦਿੱਤਾ ਗਿਆ ਨਿਰੀਖਣਯੋਗ ਹਰਮੀਸ਼ੀਅਨ ਆਪਰੇਟਰਾਂ ਨਾਲ ਮੇਲ ਖਾਂਦਾ ਹੋਵੇਗਾ। ਇਸ ਲਈ ਉਹਨਾਂ ਨੂੰ ਉਹ ਡਾਇਗੋਨਲ ਕੰਪਲੈਕਸ ਕੰਜੂਗੇਟ ਅਤੇ ਟਰਾਂਸਪੋਜ਼ ਦੇ ਬਰਾਬਰ ਹੋਣਾ ਚਾਹੀਦਾ ਹੈ ਜੇ ਤੁਸੀਂ ਇੱਕ ਮੈਟ੍ਰਿਕਸ ਰਿਪਰੈਜ਼ੈਂਟੇਸ਼ਨ ਦਿੰਦੇ ਹੋ। ਜੇ ਤੁਹਾਡੇ ਕੋਲ ਦੋ ਹਰਮੀਸ਼ੀਅਨ ਆਪਰੇਟਰਾਂ ਦਾ ਪ੍ਰੋਡਕਟ ਹੈ ਤਾਂ ਫਿਰ ਜੇ ਮੈਂ ਇਸ ਦਾ ਡੈਗਰ ਲੱਭਣ ਦੀ ਕੋਸ਼ਿਸ਼ ਕਰਾਂ ਤਾਂ ਉਹ ਹੋਵੇਗਾ O2 ਡੈਗਰ O1 ਡੈਗਰ। ਤਾਂ ਦੋ ਹਰਮੀਸ਼ੀਅਨ ਆਪਰੇਟਰਾਂ ਦਾ ਇਹ ਪ੍ਰੋਡਕਟ ਹਰਮੀਸ਼ੀਅਨ ਨਹੀਂ ਹੋਵੇਗਾ ਕਿਉਂਕਿ ਇਹ O2 1 ਬਿਲਕੁਲ ਵੀ O1 O2 ਵਰਗਾ ਨਹੀਂ ਹੈ। ਇਸ ਲਈ ਅਸੀਂ ਕੀ ਕਰਨਾ ਹੈ? ਇੱਕ ਹਰਮੀਸ਼ੀਅਨ ਆਪਰੇਟਰ ਲਿਖਣਾ ਹੈ ਜਿਸ ਦਾ ਮਤਲਬ ਹੈ ਕਿ ਅਸੀਂ O1 O2 ਪਲਸ O2 O1 ਨੂੰ A ਲਈ ਪਰਿਭਾਸ਼ਿਤ ਕਰਾਂਗੇ। ਇਸ ਨੂੰ 2 ਦੁਆਰਾ ਨਾਰਮਲਾਈਜ਼ ਕਰ ਸਕਦੇ ਹਾਂ ਕਿਉਂਕਿ ਅਸੀਂ ਇਸ ਨੂੰ ਕਲਾਸੀਕਲ ਮਕੈਨਿਕਸ ਦੀ ਤੁਲਨਾ ਵਿੱਚ 2 ਵਾਰ ਦੁਹਰਾ ਰਹੇ ਹਾਂ। ਤਾਂ ਇਹ ਹੀ ਹੈ ਜਿਸ ਨੂੰ ਅਸੀਂ ਹਰਮੀਸ਼ੀਅਨ ਆਪਰੇਟਰ ਕਹਿੰਦੇ ਹਾਂ। ਤਾਂ ਇਹ ਸਹੀ ਹੈ। ਇਸ ਲਈ ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਜਦੋਂ ਵੀ ਤੁਹਾਨੂੰ ਦੋ ਆਪਰੇਟਰਾਂ ਦੇ ਪ੍ਰੋਡਕਟ ਦੀ ਐਕਸਪੈਕਟੇਸ਼ਨ ਵੈਲਿਊ ਦਾ ਪਤਾ ਲਗਾਉਣ ਲਈ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਉਹ ਉਤਪਾਦ ਜਾਂ ਤਾਂ ਉਹ ਦੋ ਆਪਰੇਟਰ ਆ ਰਹੇ ਹਨ ਜਾਂ ਉਹ ਦੋ ਆਪਰੇਟਰ ਨਹੀਂ ਆ ਰਹੇ ਹਨ। ਇਹ ਉਹ ਹੈ ਜੋ ਤੁਸੀਂ ਯਾਦ ਰੱਖਣਾ ਹੈ, ਜਿਵੇਂ ਕਿ ਉਦਾਹਰਨ ਲਈ ਐਂਗੂਲਰ ਮੋਮੈਂਟਮ R ਕ੍ਰਾਸ P ਹੈ। ਤਾਂ ਜੇਕਰ ਮੈਂ ਇਸ LZ ਆਪਰੇਟਰ ਨੂੰ ਲਿਖਦਾ ਹਾਂ ਤਾਂ ਮੈਂ ਇਸ ਨੂੰ XPY YPX ਕਿਵੇਂ ਲਿਖਾਂਗਾ? ਪਰ ਅਸੀਂ ਇੱਥੇ ਆਰਡਰਿੰਗ ਕਿਉਂ ਨਹੀਂ ਕਰਦੇ ਹਾਂ? ਕਲਾਸੀਕਲ ਮਕੈਨਿਕਸ ਨਹੀਂ, ਇਹ ਕੁਆਂਟਮ ਮਕੈਨਿਕਸ ਹੈ। ਅਸੀਂ ਹਾਲੇ ਵੀ APYXY ਨੂੰ ਜੋੜੇ ਬਿਨਾਂ ਕੁਆਂਟਮ ਐਂਗੂਲਰ ਮੋਮੈਂਟਮ ਆਪਰੇਟਰ ਲਿਖਦੇ ਹਾਂ ਤਾਂ ਕਿ ਤੁਹਾਡਾ X ਅਤੇ PY ਉੱਥੇ ਕਮਿਊਟਿੰਗ ਆਪਰੇਟਰ ਹੋਵੇ। ਇਹ ਦਲੀਲ ਉਦੋਂ ਹੀ ਹੁੰਦੀ ਹੈ ਜਦੋਂ O1 ਅਤੇ O2 ਕਮਿਊਟ ਨਹੀਂ ਹੁੰਦੇ। O1 O2 O2 O1 ਤੋਂ ਵੱਖਰਾ ਹੁੰਦਾ ਹੈ। ਪਰ ਜੇਕਰ O1 O2 ਕਮਿਊਟਿੰਗ ਕਰ ਰਹੇ ਹੁੰਦੇ ਹਨ ਤਾਂ O1 O2 O2 O1 ਦੇ ਬਰਾਬਰ ਹੁੰਦਾ ਹੈ। ਇਹ ਇੱਕ ਕਮਿਊਟੇਟਰ ਦੀ ਪਰਿਭਾਸ਼ਾ ਹੈ। ਜਦੋਂ ਵੀ ਅਸੀਂ ਜਾਣਦੇ ਹਾਂ ਕਿ XPY ਕੰਪੋਨੈਂਟ ਨਾਲ ਹੈ, ਸਾਨੂੰ ਉਹਨਾਂ ਬਾਰੇ ਫਿਕਰ ਕਰਨ ਦੀ ਲੋੜ ਨਹੀਂ ਹੁੰਦੀ। ਫਿਰ ਅਸੀਂ APYX ਨੂੰ ਦੂਜੇ
ਸਮਾਨ ਕਿਉਂ ਜੋੜਿਆ ਹੈ? ਕਿਸੇ ਵੀ ਕੁਆਂਟਮ ਮਕੈਨਿਕਸ ਦੀ ਕਿਤਾਬ ਵਿੱਚ ਇਹ ਐਂਗੂਲਰ ਮੋਮੈਂਟਮ ਆਪਰੇਟਰ ਆਪਣੇ ਆਪ ਵਿੱਚ ਹਰਮੀਸ਼ੀਅਨ ਹੈ। ਇਸ ਤਰ੍ਹਾਂ ਦਾ ਇੱਕ ਟਰਿਕ ਸਵਾਲ ਤੁਹਾਨੂੰ ਉਲਝਣ ਵਿੱਚ ਪਾ ਸਕਦਾ ਹੈ ਅਤੇ ਤੁਸੀਂ ਹਰਮੀਟੀਅਨ ਕੰਬੀਨੇਸ਼ਨ ਨੂੰ ਇਸ ਤਰ੍ਹਾਂ ਲਿਖ ਸਕਦੇ ਹੋ ਜੋ ਠੀਕ ਨਹੀਂ ਹੈ। ਤਾਂ ਹੌਲੀ-ਹੌਲੀ ਤੁਹਾਨੂੰ ਉਸ ਉੱਤੇ ਲਿਜਾ ਰਹੇ ਹਾਂ ਕਿ ਦੋ ਆਪਰੇਟਰ ਹਨ। ਇੱਥੇ ਉਹ ਵੀ ਆਪਰੇਟਰ ਹਨ ਜੋ ਕਮਿਊਟਿੰਗ ਹਨ। ਇੱਥੇ ਉਹ ਵੀ ਆਪਰੇਟਰ ਹਨ ਜੋ ਨਾਨ ਕਮਿਊਟਿੰਗ ਹਨ। ਇਸ ਲਈ ਕਮਿਊਟਿੰਗ ਆਪਰੇਟਰਸ, ਜਿਨ੍ਹਾਂ ਨੂੰ ਅਸੀਂ ਅਨੁਕੂਲ ਆਪਰੇਟਰ ਕਹਿੰਦੇ ਹਾਂ, ਅਤੇ ਨਾਨ ਕਮਿਊਟਿੰਗ ਆਪਰੇਟਰ ਗੈਰ ਅਨੁਕੂਲ ਆਪਰੇਟਰ ਜਾਂ ਅਸੰਗਤ ਆਪਰੇਟਰ ਹੁੰਦੇ ਹਨ। ਅਤੇ ਫਿਰ ਅਸੀਂ ਪਿਛਲੇ ਲੈਕਚਰ ਵਿੱਚ ਅੱਗੇ ਕੀ ਕੀਤਾ? ਅਸੀਂ ਲਿਖਣ ਲਈ ਅੱਗੇ ਵਧੇ। ਸਾਡੇ ਕੋਲ ਇਹ ਪੋਸਟੂਲੇਟ ਸੀ ਆਰ ਆਈ ਪੀ ਜੇ ਆਈ ਐਚ ਕ੍ਰਾਸ ਡੈਲਟਾ ਆਈ ਜੇ ਇੱਕ ਡਾਇਮੈਂਸ਼ਨ। ਮੈਂ ਇਹ ਆਈਡੈਂਟਿਟੀ ਲਿਖੀ ਹੈ ਪਰ ਤੁਸੀਂ ਇਸ ਤਰ੍ਹਾਂ ਦੁਬਾਰਾ ਲਿਖ ਸਕਦੇ ਹੋ। ਸਾਡੇ ਕੋਲ ਟੀ ਦੇ ਸਾਈ ਤੇ ਐਚ ਹੋਣ ਲਈ ਟੀ ਦੇ ਸਾਈ ਤੇ ਇੱਕ ਇਵੋਲੂਸ਼ਨ ਇਕੁਏਸ਼ਨ ਵੀ ਸੀ। ਇਹ ਇਕੁਏਸ਼ਨ ਇੰਪੀਰੀਕਲ ਇਕੁਏਸ਼ਨ ਹੈ ਜੋ ਤੁਹਾਨੂੰ ਕਿਸੇ ਵੀ ਟਾਈਮ t ਉੱਤੇ ਇੱਕ ਸਿਸਟਮ ਦੀ ਸਟੇਟ ਪ੍ਰਾਪਤ ਕਰਨ ਦੀ ਇਜਾਜ਼ਤ ਦੇਵੇਗਾ ਜੋ ਹੈਮਿਲਟੋਨੀਅਨ ਦੇ ਕਾਰਨ ਵਿਕਸਤ ਹੋ ਰਿਹਾ ਹੈ। ਤਾਂ ਫਿਰ ਅਸੀਂ ਟਾਈਮ ਦੀ ਇੰਡੀਪੈਂਡੈਂਟ ਪੋਟੈਂਸ਼ੀਅਲ ਐਨਰਜੀ ਲਈ t ਦਾ ਸਾਈ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਜੇਕਰ ਇਹ ਟਾਈਮ ਡਿਪੈਂਡੈਂਟ ਹੈਮਿਲਟੋਨੀਅਨ ਬਣ ਜਾਂਦਾ ਹੈ ਤਾਂ ਤੁਸੀਂ ਅਜਿਹਾ ਕਰ ਸਕਦੇ ਹੋ ਕਿਉਂਕਿ ਇਹ h ਟਾਈਮ ਤੋਂ ਇੰਡੀਪੈਂਡੈਂਟ ਹੈ। ਤੁਸੀਂ ਇਸ ਨੂੰ ਮਾਈਨਸ IH ਆਪਰੇਟਰ t ਮਾਈਨਸ T ਨਾਟ ਓਵਰ H ਕ੍ਰਾਸ ਤੇ T ਨਾਟ ਦਾ ਸਾਈ ਦੇ ਰੂਪ ਵਿੱਚ ਦੁਬਾਰਾ ਲਿਖ ਸਕਦੇ ਹੋ। ਇਹ ਇਸ ਦਾ ਸੋਲਿਊਸ਼ਨ ਇਕੁਏਸ਼ਨ ਹੈ ਜਿੱਥੇ H ਟਾਈਮ ਇੰਡੀਪੈਂਡੈਂਟ ਹੈ। ਇਹ ਬਹੁਤ ਮਹੱਤਵਪੂਰਨ ਹੈ ਜੋ H ਦੇ ਬਰਾਬਰ ਹੈ ਕਾਈਨੈਟਿਕ ਐਨਰਜੀ ਪਲਸ ਪੋਟੈਂਸ਼ੀਅਲ ਐਨਰਜੀ ਨਾਲ ਬਣਿਆ ਹੈ ਜੋ ਅਸੀਂ ਨਾਨ ਰਿਲੇਟਿਵਿਸਟਿਕ ਕੁਆਂਟਮ ਮਕੈਨਿਕਸ ਕਰ ਰਹੇ ਹਾਂ। ਸਿਧਾਂਤਕ ਤੌਰ ਤੇ H P ਦਾ ਸਕੁਏਅਰ 2m ਅਤੇ v ਹੈ। ਇਹ ਟਾਈਮ ਡਿਪੈਂਡੈਂਟ ਇਲੈਕਟ੍ਰਿਕ ਫੀਲਡ ਹੋ ਸਕਦਾ ਹੈ ਅਤੇ ਹੋਰ ਵੀ। ਫਿਰ ਇਹ ਇੱਕ ਸਮੱਸਿਆ ਹੋਵੇਗੀ। ਇੱਥੇ ਅਸੀਂ ਸਿਰਫ x ਉੱਤੇ ਨਿਰਭਰ ਹੋਣ ਬਾਰੇ ਵਿਚਾਰ ਕਰਨ ਜਾ ਰਹੇ ਹਾਂ। ਹੋ ਸਕਦਾ ਹੈ ਕਿ ਤੁਸੀਂ ਹੋਰ ਸਥਿਤੀਆਂ ਤੇ ਵੀ ਵਿਚਾਰ ਕਰ ਸਕਦੇ ਹੋ ਜਿੱਥੇ ਅਸੀਂ p ਨੂੰ ਡਿਪੈਂਡੈਂਟ ਰੱਖ ਸਕਦੇ ਹਾਂ ਪਰ ਹਾਈਡਰੋਜਨ ਐਟਮ ਜਾਂ ਹਾਰਮੋਨਿਕ ਓਸੀਲੇਟਰ ਵਰਗੇ ਆਮ ਸਿਸਟਮਾਂ ਲਈ ਉਹ ਹਰ ਟਾਈਮ ਇੰਡੀਪੈਂਡੈਂਟ ਹੁੰਦੇ ਹਨ। ਤਾਂ ਇਹ ਸਿਰਫ ਪੋਜੀਸ਼ਨਲ ਡਿਪੈਂਡੈਂਟ ਪੋਟੈਂਸ਼ੀਅਲ ਹਨ ਜੋ ਮੈਂ ਲਏ ਹਨ। ਪਰ ਤੁਸੀਂ ਪੋਟੈਂਸ਼ੀਅਲ ਲੈ ਸਕਦੇ ਹੋ ਜੋ ਕਿ x ਅਤੇ p ਦੇ ਫੰਕਸ਼ਨ ਹਨ। ਫਿਰ ਵੀ ਇਸ ਵਾਰ t ਉੱਤੇ ਕਿਸੇ ਸਟੇਟ ਦਾ ਵਿਕਾਸ t ਨਾਟ ਨਾਲ ਰਿਲੇਟਡ ਹੁੰਦਾ ਹੈ ਜਿਸ ਨੂੰ ਕਿ ਆਪਰੇਟਰ ਦਾ ਟਾਈਮ ਵਿਕਾਸ ਕਿਹਾ ਜਾਂਦਾ ਹੈ। ਇਸ ਲਈ ਟਾਈਮ ਇਵੋਲੂਸ਼ਨ ਆਪਰੇਟਰ t ਦਾ u, t ਨਾਟ IH-e ਹੈ। t ਮਾਈਨਸ T ਨਾਟ ਓਵਰ H ਕ੍ਰਾਸ ਕੋਲ ਇਹ ਵਿਸ਼ੇਸ਼ਤਾ ਹੈ ਕਿ ਜਿਸ ਤਰੀਕੇ ਨਾਲ IA ਹੈਟ ਦੀ ਪਾਵਰ ਲਈ ਕੋਈ ਵੀ ਜਿੱਥੇ ਇਹ ਹੈਟ ਇੱਕ ਓਬਸਰਵੇਬਲ ਹੈ, ਇਹ ਹੈਟ ਇੱਕ ਓਬਸਰਵੇਬਲ ਨਾਲ ਮੇਲ ਖਾਂਦੀ ਹੈ। ਜਦੋਂ ਮੈਂ ਕਿਹਾ ਕਿ ਇਹ ਹੈਟ ਇੱਕ ਓਬਸਰਵੇਬਲ ਨਾਲ ਮੇਲ ਖਾਂਦੀ ਹੈ, ਇਹ ਹੈਟ ਇੱਕ ਹੈਡ ਡੈਗਰ ਹੈ, ਠੀਕ ਹੈ। ਜੇਕਰ ਇਸ ਦਾ ਡੈਗਰ ਲੈ ਲਓ ਤਾਂ ਇਹ ਤੁਹਾਨੂੰ ਹੀ ਪਾਵਰ ਮਾਈਨਸ IA ਡੈਗਰ ਦੇ ਦੇਵੇਗਾ ਪਰ ਇੱਕ ਡੈਗਰ ਇੱਕ ਰਾਈਟ ਦੇ ਬਰਾਬਰ ਹੈ। ਇਹ ਹਰਮੀਸ਼ੀਅਨ ਨਹੀਂ ਹੈ। ਹਰਮੀਟੀਅਨ ਆਪਰੇਟਰ ਦਾ I ਟਾਈਮਜ਼ ਐਕਸਪੋਨੈਂਸ਼ੀਅਲ ਹਰਮੀਟੀਅਨ ਆਪਰੇਟਰ ਨਹੀਂ ਹੈ। ਪਰ ਇਹ ਇਸ ਵਾਧੂ ਵਿਸ਼ੇਸ਼ਤਾ ਦੇ ਤੌਰ ਤੇ E ਤੋਂ IA ਦੇ ਨਾਲ E ਤੋਂ IA ਡੈਗਰ ਇੱਕ ਆਈਡੈਂਟਿਟੀ ਬਣਨ ਜਾ ਰਿਹਾ ਹੈ। ਪਰ ਇਹ ਤੁਸੀਂ ਕਰ ਸਕਦੇ ਹੋ ਕਿਉਂਕਿ ਐਕਸਪੋਨੈਂਸ਼ੀਅਲ ਪਾਵਰ ਆਪਰੇਟਰ ਇਸ ਆਪਰੇਟਰ ਵਰਗਾ ਹੈ। ਇਹ ਵੀ ਮੈਂ ਆਖਰੀ ਕਲਾਸ ਵਿੱਚ ਕਿਹਾ ਸੀ। ਮੰਨ ਲਓ ਕਿ E ਨੂੰ IB ਹੈਟ ਡੈਗਰ E ਨੂੰ IA ਹੈਟ ਇਹ ਤੁਹਾਡੇ ਲਈ ਬਰਾਬਰ ਨਹੀਂ ਹੈ।
ਸਾਰੇ ਸਹਿਮਤ ਹੋ? ਇਹ ਜਨਰਲ ਤੌਰ ਤੇ ਇਸ ਦੇ ਬਰਾਬਰ ਨਹੀਂ ਹੁੰਦਾ। ਇਹ ਸਹੀ ਹੋਵੇਗਾ ਜੇਕਰ ਇਹ ਕਮਿਊਟਿੰਗ ਆਪਰੇਟਰ ਠੀਕ ਹੈ। ਜੇਕਰ B ਅਤੇ A ਕਮਿਊਟ ਕਰ ਰਹੇ ਹਨ ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਹੋ। ਤਾਂ ਮਾਮੂਲੀ ਤੌਰ ਤੇ ਮੈਂ ਇੱਥੇ ਉਹੀ ਆਪਰੇਟਰ ਲਏ ਹਨ, ਇਸ ਲਈ ਇਹ ਆਈਡੈਂਟਿਟੀ ਬਣ ਜਾਂਦੀ ਹੈ। ਇਸ ਤੱਥ ਤੇ ਜ਼ੋਰ ਦੇਣ ਦੀ ਕੋਸ਼ਿਸ਼ ਹੈ ਕਿ ਤੁਹਾਡੇ ਕੋਲ ਆਪਰੇਟਰਾਂ ਦੀਆਂ ਕਲਾਸਾਂ ਹੋ ਸਕਦੀਆਂ ਹਨ ਜਿੱਥੇ ਕੁਝ ਆਪਰੇਟਰ ਕਮਿਊਟਿੰਗ ਕਰਦੇ ਹਨ। ਇੱਥੇ ਕੁਝ ਹੋਰ ਆਪਰੇਟਰ ਹੋ ਸਕਦੇ ਹਨ ਜੋ ਕਮਿਊਟਿੰਗ ਨਾ ਕਰਦੇ ਹੋਣ। ਜੇ ਉਹ ਕਮਿਊਟਿੰਗ ਨਹੀਂ ਕਰ ਰਹੇ, ਤੁਹਾਨੂੰ ਆਪਰੇਟਰਾਂ ਦੇ ਐਕਸਪੋਨੈਂਸ਼ੀਅਲ ਅੰਕਾਂ ਦੇ ਉਤਪਾਦ ਲੈਂਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ। ਪਰ ਜੇ ਕਮਿਊਟਿੰਗ ਕਰ ਰਹੇ ਹਨ ਤਾਂ ਤੁਸੀਂ ਸਿੱਧੇ ਤੌਰ ਤੇ ਪਾਵਰ ਦੇ ਐਕਸਪੋਨੈਂਸ਼ੀਅਲ ਜੋੜ ਸਕਦੇ ਹੋ। ਇਸ ਵਿੱਚ ਤੁਸੀਂ ਆਪਰੇਟਰ ਦੇ E ਤੋਂ I A ਨੂੰ E ਤੋਂ I F ਆਪਰੇਟ ਲਿਖ ਸਕਦੇ ਹੋ। ਤੁਸੀਂ ਇਸ ਨੂੰ A ਆਪਰੇਟਰ ਦਾ E ਤੋਂ I F ਪਲੱਸ A ਆਪਰੇਟਰ ਵਾਂਗ ਦੁਬਾਰਾ ਲਿਖ ਸਕਦੇ ਹੋ। ਤਾਂ ਇਹਨਾਂ ਆਪਰੇਟਰਾਂ ਦੁਆਲੇ ਕੁਝ ਹਰਕਤਾਂ ਦੀ ਆਰਡਰ ਦੇ ਨੋਸ਼ਨ ਨਾਲ ਇਜਾਜ਼ਤ ਹੈ। ਇਹ ਜ਼ਰੂਰੀ ਹੈ। ਸਮਾਂ ਇਵੋਲੂਸ਼ਨ ਆਪਰੇਟਰ ਜੋ ਮੈਂ ਇੱਥੇ ਲਿਖਿਆ ਹੈ ਇਹ ਹੀ ਹੈ ਜਿਸ ਨੂੰ ਟਾਈਮ ਇੰਡੀਪੈਂਡੈਂਟ ਹੈਮਿਲਟੋਨੀਅਨਾਂ ਲਈ ਟਾਈਮ ਇਵੋਲੂਸ਼ਨ ਆਪਰੇਟਰ ਕਿਹਾ ਜਾਂਦਾ ਹੈ। ਇਹ ਸਾਨੂੰ ਕਿਸੇ ਵੀ ਆਰਬਿਟਰੇਰੀ ਟਾਈਮ ਤੇ ਸਟੇਟ ਨੂੰ ਲੱਭਣ ਵਿੱਚ ਮਦਦ ਕਰਦਾ ਹੈ। ਸਟੇਟ ਨੂੰ ਸ਼ੁਰੂਆਤੀ ਸਮਾਂ t0 ਦਿੰਦਾ ਹੈ ਅਤੇ ਇਸ ਦੇ ਆਪਰੇਟਰਾਂ ਦੀਆਂ ਕਈ ਵਿਸ਼ੇਸ਼ਤਾਵਾਂ ਹਨ। ਇਹ ਉਹ ਆਪਰੇਟਰ ਹਨ ਜੋ t0 t ਵਾਂਗ ਇਕਸਾਰ ਹੋਣੇ ਚਾਹੀਦੇ ਹਨ। ਇਹ ਇੱਕ ਵਿਸ਼ੇਸ਼ਤਾ ਹੈ ਅਤੇ ਤੁਸੀਂ ਇਹ ਵੀ ਦਿਖਾ ਸਕਦੇ ਹੋ ਕਿ u t, t0 u ਡੈਗਰ t, t0 ਆਈਡੈਂਟਿਟੀ ਹੈ। ਤੁਸੀਂ t ਦੇ ਸਾਈ ਨੂੰ ut, t0 t0 ਦਾ ਸਾਈ ਨਹੀਂ ਲਿਖ ਸਕਦੇ ਹੋ। ਤੁਸੀਂ t ਦੇ ਸਾਈ ਨਾਲ t ਦਾ ਸਾਈ ਲਿਖ ਸਕਦੇ ਹੋ। t0 ਦਾ ਸਾਈ u ਡੈਗਰ t, t0 ਕਮਿਊਟਿੰਗ ਨਾਟ t ਦਾ u, t0 t0 ਦਾ ਸਾਈ ਅਤੇ ਉਸ ਵਿਸ਼ੇਸ਼ਤਾ ਦੀ ਵਰਤੋਂ ਕਰੋ ਜੋ u ਡੈਗਰ u ਡੈਗਰ ਦੇ ਸਮਾਨ ਹੈ ਜੋ ਕਿ ਆਈਡੈਂਟਿਟੀ ਹੈ। ਠੀਕ ਹੈ। ਇੱਕ ਵਾਰ ਜਦੋਂ ਤੁਸੀਂ ਇਸ ਦੀ ਵਰਤੋਂ ਕਰਦੇ ਹੋ ਤਾਂ ਕੀ ਹੁੰਦਾ ਹੈ ਕਿ ਇਹ ਆਈਡੈਂਟਿਟੀ ਬਣ ਜਾਂਦਾ ਹੈ ਤਾਂ ਕਿਸੇ ਵੀ ਸਟੇਟ ਦੇ ਏਕਾਤਮਕ ਇਵੋਲੂਸ਼ਨ ਦੇ ਅਧੀਨ ਨੋਰਮ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ। ਆਪਣੇ ਆਪ ਦੇ ਨਾਲ ਸਟੇਟ ਦੇ ਪ੍ਰੋਡਕਟ ਨੂੰ ਸਕੁਏਅਰ ਰੂਟ ਨੋਰਮ ਕਿਹਾ ਜਾਂਦਾ ਹੈ। ਇਹ ਇੱਕੋ ਜਿਹਾ ਰਹੇਗਾ ਤੁਸੀਂ t ਨਾਲ ਕੰਮ ਕਰੋ ਚਾਹੇ t0 ਨਾਲ। ਤਾਂ ਇਸ ਇਕੁਏਸ਼ਨ ਦੀ ਵਰਤੋਂ ਕਰਦੇ ਹੋਏ ਅਸੀਂ ਪੋਜੀਸ਼ਨ ਰਿਪਰੈਜ਼ੈਂਟੇਸ਼ਨ ਵਿੱਚ ਵੀ ਗਏ। ਤਾਂ ਤੁਹਾਡੀ ਸ਼੍ਰੋਡਿੰਗਰ ਇਕੁਏਸ਼ਨ ਨਾਲ ਕਿਵੇਂ ਜੁੜੀਏ? ਟਾਈਮ ਡਿਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਜੋ ਵੇਵ ਫੰਕਸ਼ਨ ਫਾਰਮਾਲਿਜ਼ਮ ਵਿੱਚ ਅਸੀਂ ਸਿੱਖਦੇ ਹਾਂ ਅਤੇ ਸਾਡੇ ਕੋਲ ਪੋਜੀਸ਼ਨ ਦੇ ਆਧਾਰ ਤੇ ਪ੍ਰੋਜੈਕਸ਼ਨ ਦੇ ਨਾਲ t ਦਾ ਸਾਈ ਸੀ। ਅਸੀਂ ਕਿਸ ਨੂੰ x, t ਦਾ ਸਾਈ ਕਹਿੰਦੇ ਹਾਂ ਅਤੇ x ਦਾ ਕਮਿਊਟੇਟਰ px ਬਰਾਬਰ IH ਕ੍ਰਾਸ ਨਾਲ ਵਰਤਣ ਦੀ ਕੋਸ਼ਿਸ਼ ਕੀਤੀ px ਆਪਰੇਟਰ ਦੀ ਰਿਪਰੈਜ਼ੈਂਟੇਸ਼ਨ ਦੇਖਣ ਦੇ ਲਈ ਪੋਜੀਸ਼ਨ ਸਪੇਸ ਦੇ ਵਿੱਚ IH ਕ੍ਰਾਸ del by del x ਵਜੋਂ ਅਤੇ ਉਸ ਤੋਂ ਬਾਅਦ ਅਸੀਂ ਇਹ ਕੀਤਾ। ਹੁਣ ਅਸੀਂ t ਦੇ ਸਾਈ ਦਾ IH ਕ੍ਰਾਸ d by dt ਲਿਖ ਸਕਦੇ ਹਾਂ। ਤੁਸੀਂ ਇੱਥੇ ਵਿਰੋਧੀ ਸਟੇਟ ਵੀ ਲੈ ਸਕਦੇ ਹੋ ਜੋ ਕਿ t ਦੇ ਸਾਈ ਉੱਤੇ hx ਹੋਵੇਗੀ। h 2m ਉੱਤੇ p ਸਕੁਏਅਰਡ ਹੈ ਪਲੱਸ ਅਸੀਂ x ਦਾ ਵੀ ਲੈ ਰਹੇ ਹਾਂ। ਟਾਈਮ ਇੰਡੀਪੈਂਡੈਂਟ ਪੋਟੈਂਸ਼ੀਅਲ ਤਾਂ ਲਿਖਦੇ ਹਾਂ p ਨਾਲ x 2s ਉੱਤੇ ਸਕੁਏਅਰਡ ਪਲੱਸ x ਆਪਰੇਟਰ ਦਾ ਵੀ t ਦੇ ਸਾਈ ਉੱਤੇ। ਤਾਂ ਤੁਸੀਂ ਇਹ
x ਦਾ ਵੀ t ਦੇ ਸਾਈ ਤੇ ਕਰ ਸਕਦੇ ਹੋ ਜਾਂ ਤੁਸੀਂ x ਦੇ v ਨੂੰ x ਉੱਤੇ ਆਪਰੇਟ ਕਰ ਸਕਦੇ ਹੋ, ਜਿਸ ਨੂੰ ਵੀ ਤੁਸੀਂ ਤਰਜੀਹ ਦੇਵੋ। x ਆਪਰੇਟਰ I x ਵਾਂਗ ਸਟੇਟ ਕਰਦੀ ਹਾਂ, ਇਸ ਨੂੰ ਇੱਥੇ ਆਪਰੇਟ ਕਰਨਾ ਜ਼ਿਆਦਾ ਸਹੀ ਹੈ, ਅਤੇ ਅਸੀਂ ਮੋਮੈਂਟਮ ਆਪਰੇਟਰ ਲਈ ਪੋਜੀਸ਼ਨ ਰਿਪਰੈਜ਼ੈਂਟੇਸ਼ਨ ਵੀ ਜਾਣਦੇ ਹਾਂ। ਅਸੀਂ ਇਸ ਤਰ੍ਹਾਂ ਦੁਬਾਰਾ ਲਿਖ ਸਕਦੇ ਹਾਂ, ਭਾਵੇਂ ਇਹ dy/dt t ਦੇ ਸਾਈ ਤੇ ਹੈ, ਅਤੇ ਇਹ t ਇੰਡੀਪੈਂਡੈਂਟ, ਅਸੀਂ ਇਸ p ਨੂੰ IH ਕ੍ਰਾਸ del/del t ਦੇ x ਦੇ ਸਾਈ ਨਾਲ t ਦੇ ਤੌਰ ਤੇ ਲਿਖ ਸਕਦੇ ਹਾਂ। ਇੱਥੇ ਇਹ -h ਕ੍ਰਾਸ ਸਕੁਏਅਰਡ ਓਵਰ 2m ਹੈ। ਜੇ ਤੁਸੀਂ x ਅਤੇ x0 ਵਿੱਚ ਦੁਵਿਧਾ ਵਿੱਚ ਹੋ, ਤਾਂ ਹੋ ਸਕਦਾ ਹੈ ਤੁਸੀਂ ਇੱਥੇ x0 ਲਿਖ ਦੇਵੋ, ਜੋ ਕਿ ਸ਼ਾਇਦ ਸਪਸ਼ਟ ਕਰੇਗਾ, ਤਾਂ ਇੱਥੇ x0 ਲਿਖੋ ਇੱਕ ਖਾਸ ਪੋਜੀਸ਼ਨ ਤੋਂ ਇੱਕ ਪੁਆਇੰਟ x0 ਚੱਕੋ, ਤਾਂ ਇਹ t ਦੇ ਸਾਈ ਪਲਸ x0 ਦੇ v ਉੱਤੇ del ਸਕੁਏਅਰਡ ਬਾਈ del x0 ਸਕੁਏਅਰਡ ਹੋਵੇਗਾ। ਹੁਣ ਸਾਰੇ ਨੰਬਰ t ਦੇ ਸਾਈ ਨਾਲ x0 ਨਾਲ ਐਗਨ ਵੈਲਿਊ ਕਰ ਜਾਣਗੇ। ਅਸੀਂ t ਦੇ ਸਾਈ ਨਾਲ x0 ਨੂੰ ਪਰਿਭਾਸ਼ਿਤ ਕਰਾਂਗੇ, ਜਾਂ x ਨੂੰ t ਦੇ ਸਾਈ xt ਦੇ ਸਾਈ ਨਾਲ। ਤਾਂ ਆਪਾਂ ਕੀ ਰਿਪਰੋਡਿਊਸ ਕੀਤਾ? ਇਹ ਤੁਹਾਡਾ ਵੇਵ ਫੰਕਸ਼ਨ ਸੀ x0 ਦੀ ਪੋਜੀਸ਼ਨ ਉੱਤੇ। ਇਹ ਜਾਣਿਆ ਪਛਾਣਿਆ ਡਿਫਰੈਂਸ਼ੀਅਲ ਇਕੁਏਸ਼ਨ ਹੈ। ਤੁਸੀਂ ਵੇਵ ਫੰਕਸ਼ਨ ਫਾਰਮਾਲਿਜ਼ਮ ਵਿੱਚ ਪੜ੍ਹ ਰਹੇ ਹੋ, ਜਿਸ ਨੂੰ ਅਸੀਂ t ਦੇ ਕੇਟ ਵੈਕਟਰ ਸਾਈ ਤੇ ਇਕੁਏਸ਼ਨ ਤੋਂ ਸ਼ੁਰੂ ਕਰਕੇ ਦੁਬਾਰਾ ਤਿਆਰ ਕੀਤਾ ਹੈ। ਇਸ ਲਈ ਇਹ ਪੋਜੀਸ਼ਨ ਸਪੇਸ ਵੇਵ ਫੰਕਸ਼ਨ ਲਈ ਤੁਹਾਡੇ ਟਾਈਮ ਤੇ ਡਿਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਤੋਂ ਇਲਾਵਾ ਕੁਝ ਨਹੀਂ ਹੈ। ਅਸੀਂ ਇਸ ਨੂੰ ਪੋਜੀਸ਼ਨ ਸਪੇਸ ਵੇਵ ਫੰਕਸ਼ਨ ਨਹੀਂ ਕਹਿੰਦੇ, ਕਿਉਂਕਿ ਤੁਸੀਂ ਮਕੈਨਿਕਲੀ ਤੌਰ ਤੇ ਵੇਵ ਫੰਕਸ਼ਨ ਕਰਦੇ ਹੋ ਜੋ ਪੋਜੀਸ਼ਨ ਸਪੇਸ ਵਿੱਚ ਹੁੰਦਾ ਹੈ। ਪਰ ਇਸ ਖਾਸ ਅਭਿਆਸ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਇਹ ਪੋਜੀਸ਼ਨ ਸਪੇਸ ਲਈ ਟਾਈਮ ਤੇ ਡਿਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਹੈ। ਇਸ ਲਈ ਜਦੋਂ ਵੀ ਮੈਂ ਤੁਹਾਨੂੰ ਇਹ ਆਪਰੇਟਰ ਦਿੰਦੀ ਹਾਂ, ਤਾਂ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਅਤੇ ਕਹਿ ਸਕਦੇ ਹੋ ਕਿ ਮੈਂ ਫਾਈ 1 ਤੋਂ ਲੈ ਕੇ ਫਾਈ n ਤੱਕ ਅਤੇ ਇਹ ਫਾਈ 1 ਉੱਤੇ ਬੇਸਿਸ ਦੇ ਪੂਰੇ ਸੈੱਟ ਨੂੰ ਦੇਖਾਂਗਾ। ਜੇਕਰ ਇਹ ਲੈਂਬਡਾ 1 ਫਾਈ 1 ਫਾਈ 2 ਉੱਤੇ ਇਹ ਹੈ, ਲੈਂਬਡਾ 2 ਫਾਈ 2 ਹੋਰ, ਤਾਂ ਇਸ ਤਰ੍ਹਾਂ ਦੇ ਬੇਸਿਸ ਨੂੰ ਕੀ ਕਹਿੰਦੇ ਹਨ? ਬੇਸਿਸ ਦਾ ਪੂਰਾ ਸੈੱਟ। ਜੇਕਰ ਅਜਿਹਾ ਹੁੰਦਾ ਹੈ ਕਿ ਬੇਸਿਸ ਤੇ ਇੱਕ ਆਪਰੇਟਰ ਤੁਹਾਨੂੰ ਇਗਨ ਵੈਲਿਊ ਇਕੁਏਸ਼ਨ ਦਿੰਦਾ ਹੈ, ਤਾਂ ਅਸੀਂ ਇਸ ਨੂੰ ਇੱਕ ਆਪਰੇਟਰ ਦਾ ਇਗਨ ਵੈਲਿਊ ਬੇਸਿਸ ਅਤੇ ਇਸ ਦੇ ਇਗਨ ਵੈਲਿਊ ਦਾ ਸੈੱਟ ਕਹਿੰਦੇ ਹਾਂ। ਆਮ ਤੌਰ ਤੇ ਜਦੋਂ ਮੈਂ ਕਿਸੇ ਆਪਰੇਟਰ ਦੀ ਐਕਸਪੈਕਟੇਸ਼ਨ ਵੈਲਿਊ ਲੱਭਣ ਲਈ ਕਿਹਾ, ਮੰਨ ਲਓ ਮੈਂ ਤੁਹਾਨੂੰ ਕਿਸੇ ਟਾਈਮ t ਉੱਤੇ ਸਟੇਟ ਵਿੱਚ ਆਪਰੇਟਰਾਂ ਦੀ ਐਕਸਪੈਕਟੇਸ਼ਨ ਵੈਲਿਊ ਬਾਰੇ ਪੁੱਛਿਆ। ਇਹ t ਦੇ ਸਾਈ ਦੀ ਕਿਸੇ ਆਰਬਿਟਰੇਰੀ ਸਟੇਟ ਵਿੱਚ ਹੁੰਦਾ ਹੈ। ਆਦਰਸ਼ਕ ਤੌਰ ਤੇ ਤੁਹਾਨੂੰ ਬੇਸਿਸ ਆਈਡੈਂਟਿਟੀ ਆਪਰੇਟਰ ਦਾ ਪੂਰਾ ਸੈੱਟ ਸ਼ਾਮਲ ਕਰਨਾ ਚਾਹੀਦਾ ਹੈ, ਜੋ ਕਿ ਆਪਰੇਟਰ ਦਾ ਇਗਨ ਬੇਸਿਸ ਹੈ, ਤਾਂ ਜੋ ਤੁਸੀਂ ਅੱਗੇ ਵਧ ਸਕੋ। ਇਹ ਉਹ ਹੈ ਜੋ ਅਸੀਂ ਪਹਿਲਾਂ ਕੀਤਾ ਸੀ, ਜਦੋਂ ਅਸੀਂ ਪੋਜੀਸ਼ਨ ਦੇ ਆਧਾਰ ਤੇ ਸ਼੍ਰੋਡਿੰਗਰ ਇਕੁਏਸ਼ਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਇਸ ਲਈ ਪੋਜੀਸ਼ਨ ਸਟੇਟ x0 ਉੱਤੇ x ਦਾ ਵੀ ਆਪਰੇਟਰ x0 ਦਾ ਵੀ ਹੈ। x0 ਉੱਤੇ ਅਸੀਂ ਕੈਲਕੂਲੇਸ਼ਨ ਕਰਨ ਲਈ ਸੁਵਿਧਾਜਨਕ ਪੋਜੀਸ਼ਨ ਸਟੇਟ ਬੇਸਿਸ ਤੇ ਗਏ। ਮੰਨ ਲਓ ਕਿ ਤੁਹਾਡੇ ਕੋਲ ਐਬਸਟਰੈਕਟ ਆਪਰੇਟਰ A ਹੈ। ਤੁਸੀਂ ਉਸ ਆਪਰੇਟਰ ਦੇ ਇਗਨ ਬੇਸਿਸ ਤੇ ਜਾਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਚੀਜ਼ਾਂ ਸਧਾਰਨ ਹੋ ਜਾਣਗੀਆਂ। ਤੁਸੀਂ ਕਿਸੇ ਹੋਰ ਆਧਾਰ ਤੇ ਵੀ ਕੰਮ ਕਰ ਸਕਦੇ ਹੋ, ਜਿੱਥੇ ਇਹ ਇੱਕ ਫਾਈਨਾਈਟ ਡਾਈਮੈਂਸ਼ਨਲ ਵੈਕਟਰ ਸਪੇਸ ਲਈ ਹੈ, ਜਿੱਥੇ ਇਹ ਇੱਕ ਆਫ ਡਾਇਗੋਨਲ ਮੈਟ੍ਰਿਕਸ ਹੈ। ਇਹ ਡਾਇਗੋਨਲ ਮੈਟ੍ਰਿਕਸ ਹੋਣਾ ਜ਼ਰੂਰੀ ਨਹੀਂ, ਪਰ ਜੇ ਤੁਸੀਂ ਡਾਇਗੋਨਲ ਮੈਟ੍ਰਿਕਸ ਤੇ ਜਾਂਦੇ ਹੋ ਤਾਂ ਚੀਜ਼ਾਂ ਸਰਲ ਹੋ ਜਾਣਗੀਆਂ। ਤੁਸੀਂ ਅਜੇ ਵੀ ਕਿਸੇ ਵੀ ਆਪਰੇਟਰ ਦਾ ਆਈ-ਕੈਨ ਇਗਨ ਬੇਸਿਸ ਲੱਭ ਸਕਦੇ ਹੋ ਜਿਸ ਨੂੰ ਤੁਸੀਂ ਇਨਸਰਟਿੰਗ ਕਰਨਾ ਸ਼ੁਰੂ ਕਰ ਸਕਦੇ ਹੋ। ਤਾਂ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜੇਕਰ ਤੁਸੀਂ ਇਸ ਨੂੰ ਲੱਭਣਾ ਚਾਹੁੰਦੇ ਹੋ ਤਾਂ ਮੈਂ t ਦਾ ਸਾਈ ਲਿਖ ਸਕਦੀ ਹਾਂ। ਇਹ ਆਪਰੇਟਰ ਫਾਈ n ਸਾਈ ਦਾ t
ਸਮੇਸ਼ਨ ਓਵਰ n, ਤਾਂ ਇਹ ਸਟੇਟਸ ਦਾ ਪੂਰਾ ਸੈੱਟ ਹੈ ਜਿਸ ਦੀ ਮੈਂ ਜਾਣ ਪਹਿਚਾਣ ਕਰਵਾਈ ਹੈ। ਫਿਰ n ਉੱਤੇ ਸਮੇਸ਼ਨ ਨੂੰ ਹੋਰ ਸਰਲ ਕਰ ਸਕਦੇ ਹੋ t ਦਾ psi phi n, ਅਤੇ ਤੁਸੀਂ ਇਹ ਲੈਂਬਡਾ n ਆਊਟ ਨੂੰ ਪੜ੍ਹ ਸਕਦੇ ਹੋ phi n ਉੱਤੇ ਇਹ ਲੈਂਬਡਾ n ਹੈ, ਅਤੇ ਫਿਰ ਤੁਹਾਡੇ ਕੋਲ pi n t ਦਾ psi ਹੈ। ਹੁਣ ਕੀ ਅਸੀਂ ਇਸ ਨੂੰ n phi n ਆਈਡੈਂਟਿਟੀ ਵਜੋਂ ਸਮੇਸ਼ਨ ਦੁਆਰਾ ਹਟਾ ਸਕਦੇ ਹਾਂ? ਸੰਭਵ ਨਹੀਂ, ਕਿਉਂਕਿ ਇੱਥੇ ਇੱਕ ਲੈਂਬਡਾ n ਈਜੇਨ ਵੈਲਿਊ ਹੈ। ਪਰ ਫਿਰ ਤੁਸੀਂ ਜਾਣਦੇ ਹੋ ਕਿ ਇਹ ਕੀ ਹੈ? ਇਹ ਸਟੇਟ psi ਦੀ ਇੱਕ ਖਾਸ ਊਰਜਾ ਜਾਂ ਲੈਂਬਡਾ n ਵਜੋਂ ਇੱਕ ਆਪਰੇਟਰ ਈਜੇਨ ਵੈਲਿਊ ਹੋਣ ਦੀ ਪ੍ਰੋਬੇਬਿਲਿਟੀ ਹੈ। ਇਹ ਹੀ ਹੈ ਜਿਸ ਨੂੰ ਤੁਸੀਂ ਕੋਐਫੀਸ਼ੀਐਂਟ ਕਹਿ ਸਕਦੇ ਹੋ, ਅਤੇ ਇਹ ਉਸ ਕੋਐਫੀਸ਼ੀਐਂਟ ਦਾ ਸਟਾਰ ਹੋਵੇਗਾ। ਮੰਨ ਲਓ ਕਿ ਤੁਸੀਂ t ਦਾ psi n c n phi n ਉੱਤੇ ਸਮੇਸ਼ਨ ਦੇ ਰੂਪ ਵਿੱਚ ਲਿਖਦੇ ਹੋ, ਤਾਂ ਤੁਸੀਂ ਹੁਣ ਹਰੇਕ ਆਪਰੇਟਰ ਲਈ t ਡਿਪੈਂਡੈਂਟ ਕਿੱਥੇ ਪਾਓਗੇ? ਕੀ ਤੁਸੀਂ ਬੇਸਿਸ ਸਟੇਟ ਨੂੰ ਲੱਭਣ ਦੀ ਕੋਸ਼ਿਸ਼ ਕਰੋਗੇ? ਜੇਕਰ ਤੁਸੀਂ t ਡਿਪੈਂਡੈਂਸ ਨਹੀਂ ਰੱਖਦੇ, ਤਾਂ t ਡਿਪੈਂਡੈਂਟ ਕਿਹੜਾ ਲੈ ਕੇ ਜਾਵੇਗਾ ਕਿ cn ਟਾਈਮ ਤੋਂ ਇੰਡੀਪੈਂਡੈਂਟ ਹੋਵੇਗਾ, ਜਾਂ ਇਹ ਟਾਈਮ ਤੇ ਡਿਪੈਂਡੈਂਟ ਹੋਵੇਗਾ? ਜਨਰਲ ਤੌਰ ਤੇ, ਤੁਸੀਂ ਟਾਈਮ ਡਿਪੈਂਡੈਂਸ ਸਟੇਟ ਬਣਾਉਣਾ ਚਾਹੁੰਦੇ ਹੋ, ਤੁਸੀਂ ਬੇਸਿਸ ਟਾਈਮ ਇੰਡੀਪੈਂਡੈਂਟ ਲਿਖਦੇ ਹੋ, ਅਤੇ ਕੋਐਫੀਸ਼ੀਐਂਟ ਟਾਈਮ ਡਿਪੈਂਡੈਂਸ ਨੂੰ ਲੈ ਜਾਵੇਗਾ। ਜੇ ਤੁਸੀਂ ਇਹ ਲਓਗੇ, ਫਿਰ ਤੁਸੀਂ ਸਮਝੋਗੇ ਕਿ ਇਹ ਕੀ ਹੈ। ਇਹ t ਦਾ cn ਸਟਾਰ ਕੀ ਹੈ, ਅਤੇ t ਦੇ ਇਸ cn ਬਾਰੇ ਕੀ? ਤਾਂ ਇੱਥੋਂ ਤੁਸੀਂ t ਦੇ cn ਨੂੰ psi ਨਾਲ phi n ਲਿਖ ਸਕਦੇ ਹੋ। ਕੀ ਇਹ ਸਿੱਧਾ ਹੈ ਜੋ ਤੁਸੀਂ ਇਸ ਨੂੰ ਦੇਖ ਸਕਦੇ ਹੋ? ਇਹ ਉਹ ਤਰਕੀਬਾਂ ਹਨ ਜੋ ਤੁਹਾਨੂੰ ਵਰਤਣੀਆਂ ਪੈਂਦੀਆਂ ਹਨ ਜਦੋਂ ਤੁਸੀਂ ਕੈਲਕੂਲੇਸ਼ਨ ਕਰਦੇ ਹੋ। ਆਪਰੇਟਰ ਦੇ ਬੇਸਿਸ ਤੇ ਜਾਓ, ਇਸ ਈਜੇਨ ਬੇਸਿਸ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ। ਜ਼ਿਆਦਾਤਰ ਟਾਈਮ ਸਾਨੂੰ ਕੈਲਕੂਲੇਸ਼ਨ ਨੂੰ ਸੌਖਾ ਬਣਾਉਣਾ ਚਾਹੀਦਾ ਹੈ, ਮਤਲਬ ਕਿ ਤੁਸੀਂ ਹਮੇਸ਼ਾ ਇੱਕ ਖਾਸ ਬੇਸਿਸ ਤੇ ਜਾ ਸਕਦੇ ਹੋ ਜੋ ਬੇਸਿਸ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜੀ ਕੈਲਕੂਲੇਸ਼ਨ ਕਰਦੇ ਹੋ। ਜੇਕਰ ਮੰਨ ਲਓ ਕਿ ਮੇਰੇ ਕੋਲ ਹੈਮਿਲਟੋਨੀਅਨ ਹੈ ਜਿੱਥੇ ਪੋਟੈਂਸ਼ੀਅਲ ਐਨਰਜੀ ਸਿਰਫ ਮੋਮੈਂਟਮ ਤੇ ਨਿਰਭਰ ਕਰਦੀ ਹੈ, ਤਾਂ ਤੁਸੀਂ ਕੀ ਕਰੋਗੇ? ਕਿਸ ਆਧਾਰ ਤੇ ਮੋਮੈਂਟਮ ਤੇ ਕੰਮ ਕਰਨਾ ਸੁਵਿਧਾਜਨਕ ਹੈ? ਜੇਕਰ ਮੰਨ ਲਓ ਕਿ ਮੇਰੇ ਕੋਲ ਇੱਕ ਹੈਮਿਲਟੋਨੀਅਨ ਹੈ ਜੋ p ਸਕੁਏਅਰਡ ਓਵਰ 2m ਪਲਸ p ਦਾ v ਹੈ, ਤਾਂ ਤੁਸੀਂ ਮੋਮੈਂਟਮ ਬੇਸਿਸ ਤੇ ਕੰਮ ਕਰ ਸਕਦੇ ਹੋ। ਇਸ ਦੇ ਬਰਾਬਰ ਤੁਸੀਂ ਹਾਰਮੋਨਿਕ ਓਸੀਲੇਟਰ ਲੈਂਦੇ ਹੋ, ਤੁਹਾਡੇ ਕੋਲ p ਸਕੁਏਅਰਡ ਓਵਰ 2m ਪਲਸ ਅੱਧਾ k x ਸਕੁਏਅਰਡ ਹੈ। ਪਹਿਲਾਂ ਦੇ ਕੇਸ ਵਿੱਚ ਅਸੀਂ ਮੋਮੈਂਟਮ ਲਈ ਪੋਜੀਸ਼ਨ ਸਪੈਸ਼ ਰਿਪਰੈਜ਼ੈਂਟੇਸ਼ਨ ਲਿਖਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਇੱਥੇ p ਅਤੇ x ਦੋਵੇਂ ਕੁਆਡਰੇਟਿਕ ਹਨ। I ਜਾਂ ਤਾਂ ਪੋਜੀਸ਼ਨ ਸਪੈਸ਼ ਵੇਵ ਫੰਕਸ਼ਨ ਨਾਲ ਕੰਮ ਕਰ ਸਕਦੀ ਹੈ, ਜਾਂ I ਮੋਮੈਂਟਮ ਸਪੈਸ਼ ਵੇਵ ਫੰਕਸ਼ਨ ਨਾਲ ਕੰਮ ਕਰ ਸਕਦੀ ਹੈ। ਤੁਹਾਡੀ ਉਮੀਦ ਕੀ ਹੋਵੇਗੀ? ਇਹ p ਅਤੇ x ਵਿੱਚ ਸਿਮੈਟ੍ਰਿਕ ਹੈ। ਜੇਕਰ ਤੁਸੀਂ ਇਹ ਲਿਖਣ ਦੀ ਕੋਸ਼ਿਸ਼ ਕਰਦੇ ਹੋ ਕਿ p ਦਾ psi ਟਿਲਡ ਕੀ ਹੈ, ਇਹਨਾਂ ਕਾਰਕਾਂ ਦੇ k ਅਤੇ m ਤੋਂ ਇਲਾਵਾ ਫਾਰਮ ਉਸੇ ਰੂਪ ਵਾਂਗ ਜਾਵੇਗਾ ਜੋ ਮੋਰੀ ਲੀਨੀਅਰ ਟਰਮ ਹੈ, ਜਾਂ ਇਹ ਇਹਨਾਂ ਟਾਈਮਜ਼ ਵਾਂਗ ਜਾਵੇਗਾ। ਤੁਹਾਡੇ ਕੋਲ p ਦਾ hn ਹੋਵੇਗਾ m ਅਤੇ k ਦੇ ਉਹਨਾਂ ਕਾਰਕਾਂ ਤੋਂ ਇਲਾਵਾ ਜੋ ਇਸ ਨੂੰ ਢੁਕਵੇਂ ਡਾਇਮੈਂਸ਼ਨਲੈਸ ਬਣਾਉਣ ਲਈ ਲੋੜੀਂਦੇ ਹਨ। ਤੁਸੀਂ ਇਹ ਹੀ ਚੀਜ਼ ਦੀ ਉਮੀਦ ਕਰਦੇ ਹੋ, ਕਿਉਂਕਿ ਸ਼੍ਰੋਡਿੰਗਰ ਜਿੱਥੇ ਤੁਸੀਂ ਡੈਲ x ਸਕੁਏਅਰਡ ਡੈਲ x ਨਾਲ ਕੀਤਾ ਸੀ, ਜੇਕਰ ਤੁਸੀਂ ਮੋਮੈਂਟਮ ਸਪੈਸ਼ ਤੇ ਜਾਂਦੇ ਹੋ ਤਾਂ ਡੈਲ p ਸਕੁਏਅਰ ਨਾਲ ਡੈਲ ਸਕੁਏਅਰਡ ਹੋਵੇਗਾ। ਇਸ ਲਈ ਕਿਉਂਕਿ ਦੋਨਾਂ ਵਿਚਕਾਰ ਸਿਮੈਟਰੀ ਕੁਆਡਰੇਟਿਕ ਹੋਣ ਕਰਕੇ ਤੁਸੀਂ ਜਾਂ ਤਾਂ ਪੋਜੀਸ਼ਨ ਸਪੈਸ਼ ਜਾਂ ਮੋਮੈਂਟਮ ਸਪੈਸ਼ ਵਿੱਚ ਕੰਮ ਕਰ ਸਕਦੇ ਹੋ। ਪਰ ਜੇ ਮੈਂ x ਦਾ ਵੀ ਦਿੱਤਾ ਹੁੰਦਾ ਜੋ ਕਿ ਕੋਈ ਆਰਬਿਟਰੇਰੀ ਫੰਕਸ਼ਨ ਹੈ, ਤਾਂ ਉਹ ਚੀਜ਼ ਉਹ ਤਰਕੀਬ ਕੰਮ ਨਹੀਂ ਕਰਦੀ। ਤਾਂ ਪੋਜੀਸ਼ਨ ਸਪੈਸ਼ ਵੱਲ ਜਾਂਦੇ ਹਾਂ d ਸਕੁਏਅਰਡ ਬਾਈ dx ਨੂੰ ਵਰਤ ਕੇ ਇੱਥੇ, ਕਿਉਂਕਿ p ਅਤੇ x ਵਿਚਕਾਰ ਸਿਮੈਟਰੀ ਇਤਫਾਕ ਨਾਲ ਖੇਡ ਸਕਦੀ ਹੈ। ਇਹ ਸਿਮੈਟਰੀ p ਅਤੇ x ਦੀ ਤਰ੍ਹਾਂ ਵੀ ਹੋ ਸਕਦੀ ਹੈ ਜਿਵੇਂ ਕਿ ਫੇਜ਼ ਸਪੈਸ਼ ਵੇਰੀਏਬਲਾਂ ਦੇ ਕਲਾਸੀਕਲ ਮਕੈਨਿਕਸ ਵਿੱਚ ਹਨ। ਇਹ ਕਿਸੇ ਤਰ੍ਹਾਂ ਦੀ ਤਬਦੀਲੀ ਦੀ ਤਰ੍ਹਾਂ ਹੈ ਜੋ ਤੁਸੀਂ ਫੇਜ਼ ਸਪੈਸ਼ ਵਿੱਚ
ਰੋਟੇਸ਼ਨ ਵੀ ਕਰਦੇ ਹੋ ਜੇਕਰ ਤੁਸੀਂ m ਨੂੰ ਅਤੇ k ਨੂੰ 1 ਦੇ ਬਰਾਬਰ ਰੱਖਦੇ ਹੋ ਤਾਂ ਇਹ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਕਲਾਸੀਕਲ ਮਕੈਨਿਕਸ ਵਿੱਚ p ਸਕੁਏਅਰਡ ਪਲਸ x ਸਕੁਏਅਰ ਨੂੰ ਖਾਸ ਊਰਜਾ ਬਣਾਉਣਾ ਚਾਹੁੰਦੇ ਹੋ। ਅਸੀਂ ਫਰੀ ਸਪੈਸ਼ ਵਿੱਚ ਰੋਟੇਸ਼ਨ ਕਰਦੇ ਹਾਂ। ਬਹੁਤ ਸਾਰੀਆਂ ਇਨਬਿਲਟ ਇੰਟ੍ਰਿੰਸਿਕ ਸਿਮਿਟਰੀਆਂ ਹਨ, ਜਿਵੇਂ ਕਿ ਸਿਮਿਟਰੀਆਂ ਸਨ ਜੋ ਮੈਂ x ਦੇ v ਦੇ ਬਰਾਬਰ -x ਬਾਰੇ ਕਿਹਾ ਸੀ, ਪਰ ਤੁਸੀਂ ਇਹ ਦੇਖਣਾ ਸ਼ੁਰੂ ਕਰ ਸਕਦੇ ਹੋ ਕਿ ਇੱਥੇ px ਇੰਟਰਚੇਂਜਿੰਗ ਸਿਮਿਟਰੀ ਹੈ। ਹੋ ਸਕਦਾ ਹੈ ਕਿ ਫੰਕਸ਼ਨਲ ਫਾਰਮ ਮੈਨੂੰ ਮੋਮੈਂਟਮ ਸਪੈਸ਼ ਵਿੱਚ ਕੰਮ ਕਰਨ ਦੀ ਵੀ ਲੋੜ ਪਵੇ। ਤੁਸੀਂ ਮੋਮੈਂਟਮ ਸਪੈਸ਼ ਵੇਵ ਫੰਕਸ਼ਨ ਨੂੰ ਕੰਮ ਕਰਨ ਲਈ ਇਨਵਰਸ ਫੋਰੀਅਰ ਟ੍ਰਾਂਸਫਾਰਮ ਅਤੇ ਫੋਰੀਅਰ ਟ੍ਰਾਂਸਫਾਰਮ ਕਰ ਸਕਦੇ ਹੋ। ਤੁਸੀਂ ਇਹ ਵੀ ਕਰ ਸਕਦੇ ਹੋ, ਪਰ ਹਾਰਮੋਨਿਕ ਓਸੀਲੇਟਰ ਹੈਮਿਲਟੋਨੀਅਨ ਨੂੰ ਦੇਖਦੇ ਹੋਏ ਹੋ ਸਕਦਾ ਹੈ k ਅਤੇ m ਉਚਿਤ ਤੌਰ ਤੇ ਤੁਹਾਨੂੰ ਚੁਣਨਾ ਪਵੇ ਅਤੇ ਮੋਮੈਂਟਮ ਸਪੈਸ਼ ਵੇਵ ਲੈਣੀ ਪਵੇ। ਇਸ ਬਾਰੇ ਸੋਚੋ। ਇਹਨਾਂ ਵਿੱਚੋਂ ਕੁਝ ਚੀਜ਼ਾਂ ਬਾਰੇ ਤੁਸੀਂ ਸੋਚ ਸਕਦੇ ਹੋ, ਅਸੀਂ ਬਾਅਦ ਵਿੱਚ ਚਰਚਾ ਕਰ ਸਕਦੇ ਹਾਂ। ਇਹ ਇੱਕ ਦਿਲਚਸਪ ਅਭਿਆਸ ਹੈ ਜਿੱਥੇ ਜੇ ਤੁਹਾਨੂੰ ਇਹ ਬਾਉਂਸਿੰਗ ਬਾਲ ਦੀ ਸਮੱਸਿਆ ਹੈ ਜੋ ਮੈਂ ਤੁਹਾਨੂੰ ਦਿੱਤੀ, ਜੋ ਕਿ p ਸਕੁਏਅਰਡ ਓਵਰ 2m ਪਲਸ ਹੈ, ਤੁਸੀਂ x ਵਿੱਚ ਲੀਨੀਅਰ ਟਰਮ ਨੂੰ ਜਾਣਦੇ ਹੋ ਕੁਝ ਕਾਂਸਟੈਂਟ ਟਾਈਮਜ਼ x ਜਾਂ ਕਾਂਸਟੈਂਟ ਟਾਈਮਜ਼ zp z ਸਕੁਏਅਰਡ ਓਵਰ 2m ਲੈਂਦੇ ਹਨ। ਇਹ ਇੱਕ ਡਾਇਮੈਂਸ਼ਨ ਸਮੱਸਿਆ ਹੈ। ਕਿਹੜਾ ਬੇਸਿਸ ਸੁਵਿਧਾਜਨਕ ਹੈ? ਇਹ ਪਹਿਲੀ ਡਿਫਰੈਂਸ਼ੀਅਲ ਇਕੁਏਸ਼ਨ ਬਣ ਜਾਂਦੀ ਹੈ। ਜੇ ਤੁਸੀਂ ਮੋਮੈਂਟਮ ਸਪੈਸ਼ ਤੇ ਜਾਓ ਫਿਰ ਹੀ ਤੁਸੀਂ ਇਸ ਨੂੰ ਹੱਲ ਕਰਨ ਦੇ ਯੋਗ ਹੋਵੋਗੇ। ਤਾਂ ਮੋਮੈਂਟਮ ਸਪੈਸ਼ ਲੱਭੋ ਅਤੇ ਫਿਰ ਪੋਜੀਸ਼ਨ ਸਪੈਸ਼ ਪ੍ਰਾਪਤ ਕਰਨ ਲਈ ਇਨਵਰਸ ਫੋਰੀਅਰ ਟ੍ਰਾਂਸਫਾਰਮ ਕਰੋ। ਉਹਨਾਂ ਵਿੱਚੋਂ ਕੁਝ ਤੁਸੀਂ ਵਰਤ ਸਕਦੇ ਹੋ ਕਿ ਕਿਹੜਾ ਬੇਸਿਸ ਚੁਣਨਾ ਹੈ। ਸਥਿਤੀ ਅਤੇ ਸਹੂਲਤ ਤੇ ਨਿਰਭਰ ਕਰਦਾ ਹੈ। ਸਾਰੇ ਬੇਸਿਸ ਤੁਸੀਂ ਜੋ ਵੀ ਬੇਸਿਸ ਤੁਸੀਂ ਕਰਦੇ ਹੋ ਕੈਲਕੂਲੇਸ਼ਨ ਸਹੀ ਹੋਣੀ ਚਾਹੀਦੀ ਹੈ, ਕਿਉਂਕਿ ਕੋਈ ਹੋਰ ਵਿਅਕਤੀ ਜਿਸਦਾ ਵੱਖਰਾ ਬੇਸਿਸ ਹੈ। ਤੁਹਾਡਾ ਜਵਾਬ, ਤੁਸੀਂ ਇਸ ਨੂੰ ਇੱਕ ਟ੍ਰਾਂਸਫੋਰਮੇਸ਼ਨ ਦੁਆਰਾ ਜੋੜ ਸਕਦੇ ਹੋ ਜੋ ਇੱਕ ਬੇਸਿਸ ਨੂੰ ਦੂਜੇ ਨਾਲ ਸੰਬੰਧਿਤ ਕਰਦਾ ਹੈ। ਇਹ ਵੀ ਅਸੀਂ ਇਹ 2 ਡਾਇਮੈਂਸ਼ਨਲ ਲੀਨੀਅਰ ਵੈਕਟਰ ਸਪੈਸ਼ ਵਿੱਚ ਦੇਖਿਆ ਹੈ।